ਦੋਸਤੋ, ਪਿਛਲੇ ਸਾਲ ਦਸੰਬਰ ਦੇ ਵਿੱਚ ਮੇਰੇ ਇੱਕ ਜਾਣਕਾਰ ਦਾ ਵੀਜ਼ਾ USA ਤੋਂ ਰਿਫਿਊਜ਼ ਹੋ ਗਿਆ, ਮਨਾ ਹੋ ਗਿਆ। ਮੈਨੂੰ ਬੜੀ ਹੈਰਾਨੀ ਹੋਈ ਕਿਉਂਕਿ ਉਹ ਸੱਜਣ UK ਯੂਰਪ ਘੁੰਮੇ ਹੋਏ ਸਨ, ਅਮੀਰ ਆਦਮੀ ਸੀ, ਦਿਖਾਉਣ ਨੂੰ ਬੈਂਕਾਂ ਦੇ ਵਿੱਚ ਕਾਫੀ ਪੈਸਾ, ਅੱਛੀ ਖਾਸੀ ਰਕਮ ਵੀ ਪਈ ਸੀ। ਸਪਾਂਸਰਸ਼ਿਪ ਜਿਹੜੀ ਸੀ, ਯਾਨੀ ਕਿ ਰਾਹਦਾਰੀ ਜਿਹੜੀ ਆਈ ਸੀ, ਉਹ ਅਮਰੀਕਾ ਤੋਂ ਇਹਨਾਂ ਦੇ ਕਿਸੇ ਸਗੇ ਰਿਸ਼ਤੇਦਾਰ ਦੀ ਸੀ, ਜਿਹੜਾ ਕਿ ਉੱਥੇ ਦਾ ਵੱਡਾ ਬੰਦਾ ਸੀ। ਪੁੱਛਣ ਤੇ ਕਾਰਨ ਪਤਾ ਲੱਗਾ ਕਿ ਇਹ ਸਾਹਿਬ ਵੀਜ਼ਾ ਅਫਸਰ ਨੂੰ ਇਹ ਨਹੀਂ ਦੱਸ ਪਾਏ ਕਿ ਉਹ ਉਹਨਾਂ ਦੀ ਸਕੀ ਮਾਸੀ ਦਾ ਛੋਟਾ ਬੇਟਾ ਸੀ। ਸਿਰਫ ਕਜ਼ਨ ਕਹਿਣ ਤੇ ਗੱਲ ਨਹੀਂ ਬਣੀ। ਪਿਛਲੇ ਦਿਨਾਂ ਫੰਕਸ਼ਨ ਦੇ ਵਿੱਚ ਮੈਨੂੰ ਇੱਕ ਸੱਜਣ ਮਿਲੇ, ਦੋਸਤ ਮਿਲੇ, ਜਿਨ੍ਹਾਂ ਨੇ ਮੈਨੂੰ ਕਿਸੇ ਨਾਲ ਇਹ ਕਹਿ ਕੇ ਮਿਲਵਾਇਆ ਕਿ ਮੇਰਾ ਬ੍ਰਦਰ ਇਨ ਲਾਅ ਹੈ। ਕਿਉਂਕਿ ਰਿਸ਼ਤਾ ਕਰੀਬੀ ਸੀ ਤੇ ਮੈਂ ਇਸ਼ਾਰੇ ਨਾਲ ਪੁੱਛਿਆ, ਸਾਲਾ ਸਾਹਿਬ, ਜੀਜਾ ਜੀ, ਤੇ ਫਿਰ ਕੀ ਨੰਦੋਈਆ? तब तक वो सज्जन खुद ही बोल पाए कि भाई साहब मैं इन्हां दा सांढू लगदा। हुण ननान, नंदोईया, मासी दी कुड़ी, विआहां 'ਚ खप पाउण दे लई मशहूर या बदनाम फुੱਫੜ जी दा वड्डा बेटा। ਜਦੋਂ ਵੀ ਇੱਦਾਂ ਦੀਆਂ ਰਿਸ਼ਤੇਦਾਰੀਆਂ ਨੂੰ ਅਸੀਂ ਇੰਗਲਿਸ਼ ਭਾਸ਼ਾ ਵਿੱਚ, ਅੰਗਰੇਜ਼ੀ ਭਾਸ਼ਾ 'ਚ ਬੋਲਣਾ ਚਾਹੁੰਦੇ ਹਾਂ ਤੇ ਸਾਨੂੰ ਖੜੇ ਪੈਰ ਸੁੱਝਦਾ ਨਹੀਂ ਹੈ ਤੇ ਸਾਨੂੰ ਬੜੀ ਨਿਰਾਸ਼ਾ ਜੀ ਹੁੰਦੀ ਹੈ। ਅਸੀਂ ਬਹੁਤ ਨਿਰਾਸ਼ ਹੁੰਦੇ ਹਾਂ। ਦੋਸਤੋ, ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਪਿਛਲੇ 23 ਸਾਲ ਦੇ ਪੜ੍ਹਾਉਣ ਦੇ ਤਜਰਬੇ ਤੋਂ ਮੈਂ ਗੱਲ ਤੁਹਾਨੂੰ ਬੜੀ ਸਿੰਸੀਅਰਲੀ ਦੱਸ ਸਕਦਾ ਕਿ ਬੋਲੀ ਜਾਣ ਵਾਲੀ ਇੰਗਲਿਸ਼ ਭਾਸ਼ਾ ਦੇ ਵਿੱਚ ਬਹੁਤ ਹਿੱਸੇ ਇੱਦਾਂ ਦੇ ਨੇ ਜਿਨ੍ਹਾਂ ਨੂੰ ਸਿਰਫ ਇੱਕ ਵਾਰੀ ਔਰ ਬੜੇ ਗੌਰ ਨਾਲ ਸੁਣਨ ਕਰਕੇ ਤੁਹਾਨੂੰ ਆਸਾਨੀ ਦੇ ਨਾਲ ਸਾਰੀ ਚੀਜ਼ਾਂ ਦਾ ਪਤਾ ਲੱਗ ਜਾਏਗਾ, ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਨੇ। ਔਰ ਕਈ ਵਾਰ ਤਾਂ ਸਾਨੂੰ ਇੱਦਾਂ ਵੀ ਲੱਗਦਾ ਹੈ ਕਿ ਜਿੱਦਾਂ ਕਿ ਸਾਨੂੰ ਇਹ ਹੁਣ ਨਹੀਂ ਪਤਾ ਚੱਲਿਆ, ਸਾਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ। ਇਸ ਲਈ निराश ना हो, ना ही सीरियस। चलो मैं तुम्हें एक शेर सुनाना। ये ज़रूरी नहीं कि हर रिश्ता खून का हो, कुछ रिश्ते खून चूसने के लिए भी बने होते हैं। तो चलो दोस्तों, डेडिकेट करते हैं, समर्पित करते हैं अज का प्रोग्राम साढ़े प्यारे रिश्तेदारों को। दोस्तों, रिश्तों की शुरुआत असी अपने बजुर्गों तो करांगे। ग्रैंड पेरेंट्स, ग्रैंड पेरेंट्स बेसिकली दोनों दादा दादी और नाना नानी को आख्या जाता है। उस तो बाद ग्रैंडफादर, ग्रैंडफादर बेसिकली दादा भी हुंदा ते नाना भी, पर बोलन दे विच मैं इत्थे स्पैसीफिकली तुहानूं कहना चाहना कि इंग्लिश दे विच इहनूं ग्रैंडपा कहा जाता है और दादी नूं या नानी नूं इंग्लिश विच असीं ग्रैनी कहने आ। अच्छा, अगर एक ग्रैंडफादर है, ग्रैंड मदर है, तो डेफिनेटली ग्रैंड चिल्ड्रन भी होणगे जिन्हां नूं असीं दोतरे या पोतरे आखदे हां। ਇਹ ਸਾਰਿਆਂ ਦਾ ਫਰਕ ਕੀ ਹੈ, ਦਾਦਾ ਦਾਦੀ ਨੂੰ ਅਲੱਗ-ਅਲੱਗ ਕਿੱਦਾਂ ਕਰਨਾ ਹੈ ਨਾਨਾ ਨਾਨੀ ਤੋਂ, ਇਹ ਅਸੀਂ ਅਗਲੀ ਸਲਾਈਡ ਵਿੱਚ ਤੁਹਾਨੂੰ ਦੱਸਾਂਗੇ। ਹੁਣ ਗ੍ਰੈਂਡਸਨ ਮਤਲਬ ਦੋਤਾ ਜਾਂ ਪੋਤਾ ਤੇ ਗ੍ਰੈਂਡ ਡਾਟਰ ਯਾਨੀ ਕਿ ਪੋਤੀ ਜਾਂ ਦੋਤੀ। ਹੁਣ ਰਿਸ਼ਤੇ ਗ੍ਰੈਂਡਫਾਦਰ ਪੇਰੈਂਟਸ ਤੋਂ ਉੱਪਰ ਵਾਲੇ ਵੀ ਹੁੰਦੇ ਨੇ, ਜਿੱਦਾਂ ਕਿ ਪੜਦਾਦਾ ਜਾਂ ਪੜਨਾਨਾ, ਪਿਤਾ ਜੀ ਦਾ ਦਾਦਾ, ਮਾਤਾ ਜੀ ਦਾ ਨਾਨਾ, ਅਸੀਂ ਇਹਨਾਂ ਨੂੰ ਇੰਗਲਿਸ਼ ਵਿੱਚ ਕਹਿੰਦੇ ਹਾਂ ਗ੍ਰੇਟ ਗ੍ਰੈਂਡਫਾਦਰ। ਨੱਕੜ ਦਾਦਾ ਜਾਂ ਨੱਕੜ ਨਾਨਾ, ਮੈਨੂੰ ਪਹਿਲਾਂ ਇਹ ਪਤਾ ਸੀ ਕਿ ਇਹਨੂੰ ਅਸੀਂ ਲੱਕੜ ਕਹਿੰਦੇ ਹਾਂ, ਪਰ ਅਸਲ ਦੇ ਵਿੱਚ ਇਹ ਨੱਕੜ ਦਾਦਾ, ਨੱਕੜ ਨਾਨਾ। ਦਾਦਾ ਜੀ ਦਾ ਦਾਦਾ ਔਰ ਨਾਨਾ ਜੀ ਦਾ ਨਾਨਾ, ਅੱਗੋਂ ਇਹਨੂੰ ਅਸੀਂ ਕਹਾਂਗੇ ਗ੍ਰੇਟ ਗ੍ਰੇਟ ਗ੍ਰੈਂਡਫਾਦਰ। ਹਰੇਕ ਇਨਸਾਨ ਦੇ ਦੋ ਤਰਫਾ ਰਿਸ਼ਤੇ ਹੁੰਦੇ ਨੇ, ਇੱਕ ਮਦਰ ਸਾਈਡ ਵੱਲ ਔਰ ਇੱਕ ਫਾਦਰ ਸਾਈਡ ਵੱਲ। ਜਿਹੜੇ ਮਦਰ ਸਾਈਡ ਵੱਲ ਹੁੰਦੇ ਨੇ ਉਹਨੂੰ ਮੈਟਰਨਲ ਕਹਿੰਦੇ ਆ, ਅਤੇ ਜਿਹੜੇ ਫਾਦਰ ਸਾਈਡ ਵੱਲ ਹੁੰਦੇ ਨੇ ਉਹਨੂੰ ਪੈਟਰਨਲ ਕਹਿੰਦੇ ਆ, ਯਾਨੀ ਕਿ ਅਸੀਂ ਨਾਨਕੇ ਔਰ ਦਾਦਕੇ। ਹੁਣ ਅਸੀਂ ਅਗਰ ਗੱਲ ਕਰੀਏ ਤਾਂ ਜਿੱਦਾਂ ਕਿ ਗ੍ਰੈਂਡਫਾਦਰ, ਇਹਨੂੰ ਅਸੀਂ ਗ੍ਰੈਂਡਪਾ ਕਹਿੰਦੇ ਆ। ਅਗਰ ਇਹ ਮੈਟਰਨਲ ਹੈ ਤਾਂ ਉਹ ਨਾਨਾ ਹੈ, ਅਗਰ ਉਹ ਮੈਟਰਨਲ ਗ੍ਰੈਨੀ ਹੈ ਤਾਂ ਉਹ ਨਾਨੀ ਹੈ। ਅਗਰ ਉਹ ਦਾਦਾ ਹੈ, ਪੈਟਰਨਲ ਗ੍ਰੈਂਡਪਾ ਹੈ, ਅਤੇ ਅਗਰ ਉਹ ਦਾਦੀ ਹੈ ਤਾਂ ਉਹ ਪੈਟਰਨਲ ਗ੍ਰੈਨੀ ਹੈ। ਦੋਸਤੋ, ਸੇਮ ਵੇ ਦੋਤਾ ਮੈਟਰਨਲ ਗ੍ਰੈਂਡਸਨ ਔਰ ਦੋਤੀ ਮੈਟਰਨਲ ਗ੍ਰੈਂਡ ਡਾਟਰ। ਪੋਤਾ ਪੈਟਰਨਲ ਗ੍ਰੈਂਡਸਨ ਅਤੇ ਪੋਤੀ ਪੈਟਰਨਲ ਗ੍ਰੈਂਡ ਡਾਟਰ। ਅੱਗੋਂ 5 ਰਿਸ਼ਤਿਆਂ ਦੀ ਲਿਸਟ ਮੈਂ ਅੱਗੋਂ ਦੀ ਕੱਢੀ ਹੈ, ਅੰਕਲ, ਆਂਟ, ਕਜ਼ਨ, ਨੈਫਿਊ ਅਤੇ ਨੀਸ। ਇਹਦੇ ਵਿੱਚ ਆਂਟ ਵਰਡ ਜਿਹੜਾ ਹੈ, ਅਸੀਂ ਇੰਗਲਿਸ਼ ਬੋਲਦੇ ਵਕਤ ਆਂਟ ਵਰਡ ਹੀ ਬੋਲਾਂਗੇ, ਅਦਰਵਾਈਜ਼ ਅਸੀਂ ਆਂਟੀ ਵਰਡ ਆਮ ਤੌਰ 'ਤੇ ਯੂਜ਼ ਕਰਦੇ ਹਾਂ। ਹੁਣ ਅਗਰ ਜਿਹੜੇ ਮਦਰ ਸਾਈਡ ਵੱਲ ਰਿਸ਼ਤੇ ਹੋਣਗੇ, ਉਹਨਾਂ ਨੂੰ ਅਸੀਂ ਦੇਖੋ ਜਿੱਦਾਂ ਅੰਕਲ, ਮੈਟਰਨਲ ਅੰਕਲ, ਮਾਮਾ ਅਤੇ ਮਾਸੜ। ਹੁਣ ਅੱਗੋਂ ਅਸੀਂ ਮਾਮਾ ਔਰ ਮਾਸੜ ਨੂੰ ਬੇਸਿਕਲੀ ਮੈਟਰਨਲ ਅੰਕਲ ਹੀ ਕਹਾਂਗੇ, ਪਰ ਜੇ ਦੋਨਾਂ ਨੂੰ ਆਪਸ 'ਚ ਡਿਵਾਈਡ ਕਰਨਾ ਹੈ ਫਿਰ ਇਹ ਕਹਾਂਗੇ ਕਿ ਮਦਰਸ ਬ੍ਰਦਰ ਮਾਮਾ ਹੋ ਗਿਆ ਅਤੇ ਮਦਰਸ ਬ੍ਰਦਰ ਇਨ ਲਾਅ ਜਿਹੜਾ ਹੈ ਉਹ ਮਾਸੜ ਹੋ ਜਾਏਗਾ। ਸੇਮ ਵੇ ਪੈਟਰਨਲ,
पैटर्नल अंकल का मतलब है ताया, यानी कि फादर्स एल्डर ब्रदर। चाचा फादर्स यंगर ब्रदर। फुੱਫੜ फादर्स ब्रदर इन लॉ। ਅੱਗੋਂ ਅਸੀਂ ਆਂਟ ਵੱਲ ਵੱਧਦੇ ਹਾਂ। ਮੈਟਰਨਲ ਆਂਟ ਦਾ ਮਤਲਬ ਹੈ ਮਾਸੀ ਤੇ ਮਾਮੀ। ਹੁਣ ਜਿਹੜੀ ਮਾਸੀ ਹੈ ਉਹ ਡੈਫੀਨੇਟਲੀ ਮਦਰਸ ਸਿਸਟਰ ਹੈ, ਔਰ ਜਿਹੜੀ ਮਾਮੀ ਹੈ ਉਹ ਡੈਫੀਨੇਟਲੀ ਮਦਰਸ ਸਿਸਟਰ ਇਨ ਲॉ ਹੈ। ਅਗਰ ਅਸੀਂ ਗੱਲ ਕਰੀਏ ਆਂਟੀ ਦੀ ਪੈਟਰਨਲ ਆਂਟ, ਤੇ ਪੈਟਰਨਲ ਆਂਟ ਦੇ ਵਿੱਚ ਮੈਂ ਕਹਾਂਗਾ ਤਾਈ, ਚਾਚੀ ਤੇ ਭੂਆ। ਭੂਆ ਫਾਦਰ ਸਿਸਟਰ ਹੈ, ਬਾਕੀ ਉਹ ਸਿਸਟਰ ਇਨ ਲॉज ਨੇ। ਮੈਟਰਨਲ ਕਜ਼ਨ ਮਸੇਰਾ ਮਸੇਰੀ ਤੇ ਮਮੇਰਾ ਮਮੇਰੀ। ਮਾਮੇ ਦੇ ਬੱਚੇ ਔਰ ਮਾਸੀ ਦੇ ਬੱਚਿਆਂ ਨੂੰ ਅਸੀਂ ਮੈਟਰਨਲ ਕਜ਼ਨਸ ਕਹਾਂਗੇ। ਤੇ ਪੈਟਰਨਲ ਕਜ਼ਨਸ ਵਿੱਚ ਆਉਣਗੇ ਸਾਡੇ ਚਚੇਰਾ ਚਚੇਰੀ ਔਰ ਫੁਫੇਰਾ ਫੁਫੇਰੀ, ਯਾਨੀ ਕਿ ਸਾਡੀ ਭੂਆ ਦੇ ਜਾਂ ਫੁੱਫੜ ਦੇ ਬੱਚਿਆਂ ਨੂੰ ਅਸੀਂ ਪੈਟਰਨਲ ਕਜ਼ਨ ਹੀ ਕਹਾਂਗੇ। ਮੈਟਰਨਲ ਨੈਫਿਊ ਯਾਨੀ ਕਿ ਭਾਂਜਾ, ਤੇ ਪੈਟਰਨਲ ਨੈਫਿਊ ਮਤਲਬ ਭਤੀਜਾ। ਮੈਟਰਨਲ ਨੀਸ ਮਤਲਬ ਭਾਂਜੀ, ਤੇ ਪੈਟਰਨਲ ਨੀਜ਼ ਮਤਲਬ ਭਤੀਜੀ। ਦੋਸਤੋ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਸਲੀ ਬਦਲਾਅ ਉਦੋਂ ਆਉਂਦੇ ਨੇ ਜਦੋਂ ਉਹਦਾ ਵਿਆਹ ਹੁੰਦਾ ਹੈ, ਕਿਉਂਕਿ ਉਹਦੀ ਜ਼ਿੰਦਗੀ ਦੇ ਵਿੱਚ ਐਂਟਰ ਕਰਦੇ ਨੇ ਇਨ ਲॉज। ਮਦਰ ਇਨ ਲॉ, ਸੱਸ। ਸੱਸ ਕੁੜੀ ਦੀ ਹੋਵੇ ਚਾਹੇ ਮੁੰਡੇ ਦੀ, ਸੱਸ ਇਜ਼ ਸੱਸ। ਫਿਰ ਅਸੀਂ ਗੱਲ ਕਰਦੇ ਹਾਂ ਫਾਦਰ ਇਨ ਲॉ। ਫਾਦਰ ਇਨ ਲॉ ਸੋਹਰਾ। ਸੇਮ ਗੱਲ ਅਪਲਾਈ ਹੁੰਦੀ ਹੈ ਲੜਕੀ ਵਾਸਤੇ ਵੀ ਔਰ ਲੜਕੇ ਲਈ ਵੀ। ਸਿਸਟਰ ਇਨ ਲॉ ਜਿਹੜਾ ਹੈ ਇਹ ਤਿੰਨ ਰਿਸ਼ਤਿਆਂ ਤੇ ਅਪਲਾਈ ਹੁੰਦਾ ਹੈ, ਭਾਬੀ, ਨਨਾਣ ਅਤੇ ਸਾਲੀ। ਜਦਕਿ ਬ੍ਰਦਰ ਇਨ ਲॉ ਇਹ ਅਪਲਾਈ ਹੁੰਦਾ ਹੈ 2 ਰਿਸ਼ਤਿਆਂ ਦੇ ਉੱਤੇ, ਜੀਜਾ ਜੀ ਔਰ ਸਾਲਾ ਸਾਹਿਬ। ਅਗਲੀ ਗੱਲ ਕਰੀਏ ਸਟੈਪ, ਤੇ ਸਟੈਪ ਦੇ ਵਿੱਚ ਆਉਂਦੇ ਨੇ ਸਟੈਪ ਮਦਰ, ਫਾਦਰ, ਬ੍ਰਦਰ ਐਂਡ ਸਿਸਟਰ। ਹੁਣ ਦੋਸਤੋ, ਇਹਨੂੰ ਸਮਝਾਉਣ ਦੇ ਲਈ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਐਗਜ਼ਾਮਪਲ ਦਿੰਦਾ ਕਿ ਗੋਲਮਾਲ 3 ਦੇ ਵਿੱਚ ਮਿਥੁਨ ਚੱਕਰਵਰਤੀ ਦੇ 3 ਬੱਚੇ ਹੁੰਦੇ ਨੇ ਔਰ ਦੂਸਰੇ ਪਾਸੇ 2 ਬੱਚੇ ਹੁੰਦੇ ਨੇ। ਉਹ ਬੱਚੇ 3 ਔਰ 2 ਆਪਸ ਦੇ ਵਿੱਚ ਸਟੈਪ ਬ੍ਰਦਰ ਸੀਗੇ, ਔਰ ਮਿਥੁਨ ਚੱਕਰਵਰਤੀ ਦੇ 3 ਬੱਚਿਆਂ ਦੇ ਲਈ ਜਿਹੜੀ ਉਹਨਾਂ ਦੀ ਮਾਂ ਸੀ ਉਹ ਸਟੈਪ ਮਦਰ ਸੀ, ਔਰ ਬਾਕੀ 2 ਬੱਚਿਆਂ ਦੇ ਲਈ ਜੇ ਮਿਥੁਨ ਚੱਕਰਵਰਤੀ ਉਹਨਾਂ ਦੇ ਸਟੈਪ ਫਾਦਰ ਸੀ। ਅਗਲਾ ਜਿਹੜਾ ਵਰਡ ਹੈ ਹਾਫ, ਇਹ ਬਹੁਤ ਇੰਪੋਰਟੈਂਟ ਕਨਸੈਪਟ ਹੈ, ਸਮਝਣਾ ਪੈਣਾ ਹੈ। ਇਹਨੂੰ ਅਸੀਂ ਅਸਲ ਦੇ ਵਿੱਚ ਸੋਤੇਲਾ ਕਹਿੰਦੇ ਹਾਂ। ਜਿੱਦਾਂ ਕਿ ਇੱਕ ਫਾਦਰ ਤੇ ਦੂਸਰੀ ਮਦਰ ਜਦੋਂ ਵਿਆਹ ਜਾਂਦੇ ਨੇ, ਉਹਨਾਂ ਦਾ ਬੱਚਾ ਹੁੰਦਾ ਵੈ, ਉਹਨੂੰ ਅਸੀਂ ਹਾਫ ਬ੍ਰਦਰ ਤੇ ਹਾਫ ਸਿਸਟਰ ਕਹਿੰਦੇ ਹਾਂ। ਇਹ ਐਗਜ਼ੈਕਟਲੀ ਉਹ ਨੇ ਜਿਹਦੇ ਵਿੱਚ ਸਾਡਾ ਖੂਨ ਦਾ ਮਿਕਸਅਪ ਹੁੰਦਾ ਹੈ। ਅੱਗੇ ਗੱਲ ਆਉਂਦੀ ਹੈ ਨੰਦੋਈਏ ਦੀ। ਅਸਲ ਦੇ ਵਿੱਚ ਇੰਗਲਿਸ਼ ਵਿੱਚ ਇਹਨੂੰ ਅਸੀਂ ਹਸਬੈਂਡ ਆਫ ਸਿਸਟਰ ਇਨ ਲॉ ਹੀ ਕਹਿੰਦੇ ਹਾਂ। ਤੇ ਅਨਫੋਰਚੂਨੇਟਲੀ ਸਾਂਢੂ ਦੇ ਲਈ ਉਹਨਾਂ ਦੇ ਰਿਸ਼ਤੇ, ਉਹ ਅੰਗਰੇਜ਼ ਲੋਕ ਜਿਹੜੇ ਨੇ ਸਾਂਢੂ ਨੂੰ ਨਹੀਂ ਮੰਨਦੇ, ਆਈ ਮੀਨ ਉਹਨੂੰ ਕੋਈ ਰਿਸ਼ਤਾ ਨਹੀਂ ਮੰਨਦੇ। ਪਰ ਸਾਡੀ ਸੱਭਿਅ ਸੁਸਾਇਟੀ ਦੇ ਵਿੱਚ ਮੈਂ ਦੇਖਿਆ ਗਿਆ ਹੈ ਕਿ ਸਾਂਢੂ ਨੂੰ ਕੋ ਬ੍ਰਦਰ ਵਰਡ ਯੂਜ਼ ਕਰਕੇ ਇੰਟਰੋਡਿਊਸ ਕੀਤਾ ਜਾਂਦਾ ਹੈ, ਤੇ ਮੇਰੇ ਹਿਸਾਬ ਦੇ ਨਾਲ ਕੋ ਬ੍ਰਦਰ ਇੱਕ ਰਾਈਟ ਵਰਡ ਹੈ। ਦੋਸਤੋ, ਇਹ ਸੀ ਸਾਰੀ ਮੇਰੀਆਂ ਸਲਾਈਡਸ, ਤੇ ਮੈਂ ਚਾਹਾਂਗਾ ਕਿ ਜੇ ਤੁਸੀਂ ਇਹਨਾਂ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਹੋਣ, ਤੇ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਇਹ ਤਿੰਨੋਂ ਹੀ ਡਾਊਨਲੋਡ ਕਰ ਸਕਦੇ ਹੋ ਗੈਲਰੀ ਦੇ ਵਿੱਚੋਂ। ਤੇ ਬਾਕੀ ਤੁਹਾਨੂੰ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਏਗੀ ਪ੍ਰੈਕਟਿਸ ਕਰਨ ਦੇ ਵਿੱਚ ਵੀ, ਤੇ ਬਾਕੀ ਤੁਸੀਂ ਦੇਖ ਸਕਦੇ ਹੋ। ਦੋਸਤੋ, ਤੁਸੀਂ ਦੇਖਿਆ ਇਹ ਸਾਰੇ ਰਿਸ਼ਤੇਦਾਰੀਆਂ ਨੂੰ ਅਸੀਂ ਕੀ ਕਹਿੰਦੇ ਆ, ਕਿੱਦਾਂ ਬੋਲਦੇ ਆ ਉਹਨਾਂ ਦੇ ਬਾਰੇ 'ਚ। ਜਦੋਂ ਵੀ ਕੋਈ ਚੀਜ਼ ਸਾਨੂੰ ਕੰਪਲੀਟ ਤੌਰ 'ਤੇ ਸਮਝ ਲੱਗ ਜਾਂਦੀ ਹੈ ਤੇ ਸਾਡੇ ਦਿਮਾਗ ਦੇ ਵਿੱਚ ਥੋੜ੍ਹੀ ਦੇਰ ਲਈ ਟਿਕੀ ਵੀ ਰਹਿੰਦੀ ਹੈ, ਪਰ ਇਹ ਬਹੁਤ ਜ਼ਰੂਰੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਜ਼ਿੰਦਗੀ ਦਾ ਪੱਕਾ ਹਿੱਸਾ ਬਣੇ ਜਾਂ ਸਾਡਾ ਅੰਗਰੇਜ਼ੀ ਭਾਸ਼ਾ ਦਾ ਉਹ ਚੀਜ਼ ਹਿੱਸਾ ਬਣੇ ਜਿਹੜੀ ਅਸੀਂ ਸਿੱਖੀ ਹੈ, ਤੇ ਉਹਦੇ ਲਈ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ। ਤੁਹਾਨੂੰ ਮੈਂ ਇੱਕ ਬਹੁਤ ਸਿੰਪਲ ਔਰ ਬੜਾ ਹੀ ਇਫੈਕਟਿਵ ਇੱਕ ਪ੍ਰੈਕਟਿਸ ਦੱਸਦਾ, ਅਭਿਆਸ ਦੱਸਦਾ, ਜਿਹਨੂੰ ਕਰਨ ਦੇ ਨਾਲ ਤੁਹਾਨੂੰ ਇਹ ਚੀਜ਼ਾਂ ਇੱਦਾਂ ਹੋਣਗੀਆਂ ਜਿੱਦਾਂ ਡਾਊਨਲੋਡ ਹੋ ਜਾਣ ਤੁਹਾਡੇ ਅੰਦਰ, ਤੇ ਉਹ ਆਪਣੇ ਆਪ ਹੀ ਐਕਟਿਵਲੀ ਸਟਾਰਟ ਹੋ ਜਾਣ ਜਦੋਂ ਵੀ ਤੁਹਾਨੂੰ ਉਹਨਾਂ ਦੀ ਜ਼ਰੂਰਤ ਪਵੇ। ਤਾਂ ਤੁਸੀਂ 2 ਛੋਟੇ ਭਾਂਡੇ ਲਓ ਤੇ 20 ਤੋਂ 25 ਪਰਚੀਆਂ ਬਣਾਓ, ਤੇ ਉਹਨਾਂ ਦੇ ਉੱਤੇ ਸਿਰਫ ਨਾਮ ਲਿਖੋ, ਸਿਰਫ ਆਪਣੇ ਰਿਸ਼ਤੇਦਾਰਾਂ ਦਾ। ਇਹ ਗੱਲ ਬੜੀ ਜ਼ਰੂਰੀ ਹੈ ਕਿ ਉਹਨਾਂ ਦੇ ਵਿੱਚ ਰਿਸ਼ਤੇਦਾਰੀ ਦਾ ਨਾਮ ਨਹੀਂ ਲਿਖਣਾ, ਸਿਰਫ ਰਿਸ਼ਤੇਦਾਰਾਂ ਦਾ ਨਾਮ ਲਿਖਣਾ ਹੈ। ਤੇ ਇੱਕ ਪਰਚੀ ਚੱਕੋ ਤੇ ਉਹਨੂੰ ਪੜ੍ਹੋ ਤੇ ਇੰਗਲਿਸ਼ ਵਿੱਚ ਉਹਨੂੰ ਬੋਲੋ। ਜਿੱਦਾਂ ਕਿ ਸਪੋਜ਼ ਕਰੋ ਤੁਸੀਂ ਪਹਿਲੀ ਪਰਚੀ ਚੱਕਦੇ ਹੋ ਆਪਣੇ ਮਾਸੜ ਜੀ ਦੀ, ਤੇ ਤੁਸੀਂ ਕਹੋਗੇ ਹੀ ਇਜ਼ ਮਾਈ ਮੈਟਰਨਲ ਅੰਕਲ, ਦ ਹਸਬੈਂਡ ਆਫ ਮਾਈ ਮਦਰ ਸਿਸਟਰ। ਜਾਂ ਇਹ ਜਿਹੜੀ ਛੋਟੀ ਐਕਸਟੈਂਸ਼ਨਸ ਨੇ, ਇਹਨੂੰ ਪ੍ਰੈਕਟਿਸ ਕਰਨੀਆਂ ਬਹੁਤ ਇੰਪੋਰਟੈਂਟ ਨੇ। ਇਹ ਬੋਲਣ ਦੇ ਵਿੱਚ ਬੜੀਆਂ ਆਸਾਨ ਹੁੰਦੀਆਂ ਨੇ, ਜਦੋਂ ਤੁਸੀਂ ਬੋਲੋਗੇ ਤਾਂ ਤੁਹਾਨੂੰ ਆਰਾਮ ਦੇ ਨਾਲ ਪਤਾ ਵੀ ਲੱਗ ਜਾਏਗਾ।
ਸਪੋਜ਼ ਕਰੋ ਤੁਸੀਂ ਸਪੋਜ਼ ਇਹ ਕਹਿਣਾ ਹੈ ਕਿ ਫਲਾਣਾ ਬੰਦਾ ਜਿੱਦਾਂ ਕਿਸੇ ਦਾ ਨਾਮ ਆਇਆ ਹੈ ਤਰਸੇਮ ਸਿੰਘ ਜੀ ਮੇਰੇ ਤਾਇਆ ਜੀ ਨੇ, ਤੇ ਤੁਸੀਂ ਉੱਥੇ ਕਹੋਗੇ ਹੀ ਇਜ਼ ਮਾਈ ਪੈਟਰਨਲ ਅੰਕਲ ਦ ਐਲਡਰ ਬ੍ਰਦਰ ਆਫ ਮਾਈ ਫਾਦਰ। ਇੱਦਾਂ ਕਰ ਕਰਕੇ ਇੱਕ ਪਰਚੀ ਜਦੋਂ ਅਸੀਂ ਦੂਸਰੇ ਭਾਂਡੇ 'ਚ ਪਾਵਾਂਗੇ, ਇਹ ਭਾਂਡਾ ਜਦੋਂ ਖਾਲੀ ਹੋ ਗਿਆ ਤੇ ਫਿਰ ਅਸੀਂ ਇਹ ਦੂਸਰੇ ਭਾਂਡੇ ਨੂੰ ਖਾਲੀ ਕਰਨ ਤੇ ਲੱਗ ਜਾਵਾਂਗੇ ਪਹਿਲੇ ਭਾਂਡੇ ਵੱਲ, ਯਾਨੀ ਕਿ ਅਸੀਂ ਫਿਰ ਦੁਬਾਰਾ ਰਿਵਰਸ ਇਹਨੂੰ ਕਰਾਂਗੇ। ਇਸ ਤਰੀਕੇ ਨਾਲ ਅਸੀਂ 4 ਵਾਰੀ ਕਰਾਂਗੇ, 2 ਵਾਰ ਇੱਧਰ ਤੇ 2 ਵਾਰ ਉੱਧਰ। ਅਗਰ ਅਸੀਂ ਇਹ ਕੰਮ ਕਰਦੇ ਰਹੇ, ਯਕੀਨ ਮੰਨਣਾ ਇਹ ਅਭਿਆਸ ਜ਼ਿਆਦਾ ਤੋਂ ਜ਼ਿਆਦਾ ਅੱਧੇ ਘੰਟੇ ਦਾ ਹੈ, ਬਹੁਤ ਹੱਦ ਹੋ ਗਈ ਤਾਂ 40 ਮਿੰਟ ਦਾ। ਪਰ ਇਹ 40 ਮਿੰਟ ਦੀ ਪ੍ਰੈਕਟਿਸ ਮੇਰਾ ਦਾਅਵਾ ਹੈ ਕਿ ਤੁਹਾਡੀ ਜ਼ਿੰਦਗੀ ਦਾ ਤੁਹਾਡਾ ਹਿੱਸਾ ਬਣ ਜਾਏਗੀ। ਇਹ ਭਾਸ਼ਾ ਪਰਟੀਕੂਲਰ ਜਿਹੜੀ ਮੈਂ ਚੀਜ਼ ਤੁਹਾਨੂੰ ਕਰਵਾਈ ਹੈ ਤੁਹਾਨੂੰ ਕਦੀ ਭੁੱਲੇਗੀ ਨਹੀਂ। ਦੋਸਤੋ, ਹੁਣ ਇਹ ਗੱਲ ਮੇਰੇ ਫਾਇਦੇ ਦੀ। ਅਗਰ ਇਹ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਤੇ ਮੈਂ ਚਾਹਾਂਗਾ ਕਿ ਤੁਸੀਂ ਕਮੈਂਟ ਵੀ ਕਰੋ। ਤੁਹਾਡੇ ਕਮੈਂਟ ਸਾਡੇ ਲਈ ਬਹੁਤ ਇੰਪੋਰਟੈਂਟ ਹਨ। ਔਰ ਅਗਰ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਲਗਾਤਾਰ ਇੱਦਾਂ ਦੀ ਵੀਡੀਓਜ਼ ਮਿਲੇ, ਉਹਨਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ, ਤਾਂ ਥੱਲੇ ਬੈਲ ਆਈਕਨ ਵਰਡ ਹੈ ਉਹਨੂੰ ਵੀ ਦਬਾਓ। ਮੈਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਕਿ ਆਨਲਾਈਨ ਸਪੋਕਨ ਇੰਗਲਿਸ਼ ਕਲਾਸਿਸ ਮੈਂ ਸ਼ੁਰੂ ਕਰ ਰਿਹਾ, ਜਿਹੜੀਆਂ ਮੈਂ ਖੁਦ ਹੀ ਲਵਾਂਗਾ। ਅਗਰ ਤੁਸੀਂ ਉਹਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਡਿਸਕ੍ਰਿਪਸ਼ਨ ਦੇ ਵਿੱਚ ਥੱਲੇ ਦਿੱਤੇ ਗਏ ਇੱਕ ਛੋਟੇ ਜਿਹੇ ਲਿੰਕ ਨੂੰ ਦੱਬੋ, ਪ੍ਰੈਸ ਕਰੋ, ਸਾਨੂੰ ਆਪਣੇ ਆਪ ਖਬਰ ਸਾਰੀ ਮਿਲ ਜਾਏਗੀ। ਬਾਕੀ ਅਗਲੀ ਵੀਡੀਓ ਛੇਤੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗਾ। ਰਾਜੇਸ਼ ਜੈਤਲੀ ਇਨ ਐਵਰੀਡੇ ਇੰਗਲਿਸ਼ ਵਿਦ ਰਾਜੇਸ਼ ਜੈਤਲੀ।